ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹੋ ਚੁੱਕੇ ਹਾਂ ਸੋ ਵੱਖ-ਵੱਖ ਪਲੇਟਫਾਰਮਸ ਤੇ ਭੱਟੀ ਸਾਹਿਬ ਨੂੰ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੁੜਨ ਲਈ। ਭੱਟੀ ਸਾਹਿਬ ਆਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਜਿੱਥੇ ਸਾਰਿਆਂ ਨੂੰ ਪਤਾ ਹੀ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਇਸ ਵੇਲੇ ਦਿਨ ਬਾਈ ਦਿਨ ਡੂੰਘਾਈ ਦੇ ਵਿੱਚ ਜਾ ਰਿਹਾ ਜੀ। ਸੋ ਕੁਛ ਇੱਕ ਅਪਡੇਟਸ ਆਈਆਂ ਨੇ ਜੀ। ਮਜੀਠੀਆ ਸਾਹਿਬ ਆਪ ਵੀਡੀਓ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ, ਕੀ ਗੱਲਬਾਤ ਹੋਈ ਭੱਟੀ ਸਾਹਿਬ? ਐਕਚੁਅਲੀ ਬੇਸਿਕਲੀ ਜਿਹੜਾ ਅੱਜ ਇਹਨਾਂ ਦਾ ਕੇਸ ਹੋਇਆ ਜੀ, ਕੇਸ ਦੇ ਵਿੱਚ ਇਹ ਆਪ ਜਿਹੜੀ ਆ ਉੱਥੇ ਪੇਸ਼ ਨਹੀਂ ਹੋਏ ਜੀ, ਕਿਉਂ ਪੁਲਿਸ ਨੇ ਲੈ ਕੇ ਆਉਣਾ ਹੁੰਦਾ, ਪੁਲਿਸ ਲੈ ਕੇ ਨਹੀਂ ਆਈ ਤੇ ਇਹਨਾਂ ਦੀ ਜਿਹੜੀ ਪੇਸ਼ੀ ਆ ਵੀਡੀਓ ਕਾਨਫਰੰਸ ਨਹੀਂ ਹੋਈ ਹੈ। ਵੀਡੀਓ ਕਾਨਫਰੰਸ ਇਹ ਆ ਵੀ ਜਿਹੜੀ ਜੁਡੀਸ਼ੀਅਲ ਰਿਮਾਂਡ ਹੁੰਦਾ ਸਿਰਫ 14 ਦਿਨ ਦਾ ਹੁੰਦਾ ਜੀ ਜੀ। 14 ਦਿਨ ਦੇ ਬਾਅਦ ਫਿਰ ਅਦਾਲਤ ਪੇਸ਼ ਕਰਨਾ ਹੁੰਦਾ। ਜੱਜ ਵੀ ਦਾ ਬੰਦਾ ਠੀਕ ਠਾਕ ਹੈਗਾ ਤੇ ਫਿਰ ਉਹਨੂੰ ਜੁਡੀਸ਼ੀਅਲ ਰਿਮਾਂਡ ਭੇਜ ਦਿੰਦੇ ਆ ਜੀ। ਇਸ ਕਰਕੇ ਉਹਨਾਂ ਦੇ 14 ਦਿਨ ਪੂਰੇ ਹੋ ਗਏ ਸੀ, 14 ਦੇ ਵੀ 28 ਦਿਨ ਪੂਰੇ ਹੋ ਗਏ ਆ। ਹੁਣ ਅੱਜ ਉਹਨਾਂ ਨੂੰ ਫਿਰ 5 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ ਵਧਾ ਦਿੱਤਾ ਗਿਆ ਉਹਨਾਂ ਦਾ। ਅੱਛਾ। ਲੇਕਿਨ ਉਹਨਾਂ ਦੇ ਜਿਹੜੇ ਵਕੀਲ ਸੀਗੇ ਮਨਵੀਰ ਸਿੰਘ ਵਿਰਕ, ਉਹਨਾਂ ਨੇ ਕਿਹਾ ਜੇ ਹਾਈ ਕੋਰਟ ਅਸੀਂ ਗਏ ਨਹੀਂ ਕਿਉਂਕਿ ਜਿਹੜੀਆਂ ਧਾਰਾਵਾਂ ਕਾਂਗਰਸ ਸਰਕਾਰ ਨੇ ਲਾਈਆਂ ਵਾ ਝੂਠੀਆਂ ਲਾਈਆਂ ਵਾ, ਬਿਲਕੁਲ ਕੇਸ ਝੂਠਾ ਗਲਤ ਕੀਤਾ, ਲੇਕਿਨ ਉਹ ਥੋੜ੍ਹੀਆਂ ਸਖਤ ਧਾਰਾਵਾਂ ਉਹਨਾਂ ਦੀ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਇੱਕ ਸਾਡੀ ਕਮੇਟੀ ਹੈ, ਸਾਡਾ ਇੱਕ ਬੈਂਚ ਹੈ ਵਕੀਲਾਂ ਦਾ ਜਿਹੜਾ ਵਿਚਾਰ ਕਰਕੇ ਤੇ ਅਸੀਂ ਇੱਕ ਅਗਲੇ ਹਫ਼ਤੇ ਜਿਹੜੀ ਹੈ ਇਹਦੀ ਬੇਲ ਲਾਵਾਂਗੇ। ਤੇ ਸਾਨੂੰ ਪੂਰੀ ਉਮੀਦ ਆ ਜਿਸ ਤਰ੍ਹਾਂ ਪਹਿਲਾਂ ਸਾਨੂੰ ਰਾਹ ਦਿੱਤੀ ਸੀ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ, ਉਸੇ ਸਾਨੂੰ ਰਾਹਤ ਮਿਲੇਗੀ ਜੀ। ਲੇਕਿਨ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਵੀ ਜਿਹੜੀ ਨਵੀਂ ਸਿੱਟ ਬਣਾ ਦਿੱਤੀ ਗਈ ਹੈ, ਸਿੱਟ ਵਾਲੇ ਕਾਫੀ ਸਖਤ ਅਫਸਰ ਨੇ, ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਕਰਨਗੇ ਉਹ ਜੀ। ਬਿਲਕੁਲ। ਤੇ ਜਦੋਂ ਫਿਰ ਤੁਹਾਨੂੰ ਪਤਾ ਜਿਹੜੀਆਂ ਪਿਛਲੀਆਂ ਫਾਈਲਾਂ ਜੋ ਫਰੋੜੀਆਂ ਜਾਂਦੀਆਂ ਤੇ ਮਜੀਠਾ ਸਾਹਿਬ ਦਾ ਨਾਂ ਉਹਨਾਂ ਫਾਈਲਾਂ ਦੇ ਵਿੱਚ ਜਿਹੜਾ ਵਾ ਉਹ ਬਿੰਡੇ ਵਾਂਗੂ ਬੋਲਦਾ ਵਾ ਜੀ। ਜੇ ਬਿੰਡੇ ਵਾਂਗੂ ਬੋਲਦਾ ਤੇ ਫਿਰ ਨੈਚੁਰਲੀ ਕੁਛ ਨਾ ਕੁਛ ਕਾਰਵਾਈ ਤੇ ਹੋਏਗੀ ਨਾ ਜੀ। ਪਰ ਫਿਰ ਵੀ ਅਸੀਂ ਕਵਾਂਗੇ ਕਿ ਉਹਨਾਂ ਨਾਲ ਨਜਾਇਜ਼ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿੱਥੇ ਕਿਤੇ ਦੋਸ਼ੀ ਉਹ ਸਜ਼ਾ ਹੋਣੀ ਚਾਹੀਦੀ, ਜੇ ਨਜਾਇਜ਼ ਨਹੀਂ ਹੋਣੀ ਚਾਹੀਦੀ ਬਿਲਕੁਲ। ਕੋਈ ਪੋਲੀਟੀਕਲ ਤੌਰ ਤੇ ਉਹਨਾਂ ਜਿਹੜੀ ਉਹ ਰਿਵੈਂਜ ਨਹੀਂ ਕੱਢਿਆ ਜਾਣਾ ਚਾਹੀਦਾ ਜੀ। 905 813 1320 905 8131320। ਤੁਸੀਂ ਵੀ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਭੱਟੀ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਭੱਟੀ ਸਾਹਿਬ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਖਿਡਾਰੀ ਦੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਇੱਕ ਅਜਿਹਾ ਹਾਦਸੇ ਦੇ ਵਿੱਚ ਉਹਨਾਂ ਦੇ ਸ਼ਿਕਾਰ ਹੋਏ ਐਂਡ ਮੇਰੀ ਮੁਰਾਦ ਸੰਦੀਪ ਨੰਗਲ ਅੰਬੀਆਂ। ਪਾਰਲੀਮੈਂਟ ਦੇ ਵਿੱਚ ਚਰਚਾ ਛਿੜ ਚੁੱਕੀ ਹੈ ਜੀ, ਕੇਸ ਪਹੁੰਚ ਚੁੱਕਿਆ ਜੀ। ਕੀ ਖਬਰ ਆ ਰਹੀ ਹੈ ਇਸ ਦੇ ਵਿੱਚ? ਵੇਖੋ, ਜਿੱਥੋਂ ਤੱਕ ਪਾਰਲੀਮੈਂਟ ਦੀ ਗੱਲ ਆ, ਸੰਦੀਪ ਨੰਗਲ ਅੰਬੀਆਂ ਦਾ ਕੇਸ ਜਿਹੜਾ ਇੰਟਰਨੈਸ਼ਨਲ ਕੇਸ ਬਣ ਚੁੱਕਾ ਜੀ। ਇੰਟਰਨੈਸ਼ਨਲ ਕੇਸ ਬਣਨ ਦੇ ਉੱਤੇ ਅੱਜ ਚੌਧਰੀ ਸੰਤੋਖ ਸਿੰਘ ਜਿਹੜੇ ਸਾਡੇ MP ਨੇ ਜਲੰਧਰ ਤੋਂ, ਉਹਨਾਂ ਨੇ ਇਹ ਮੁੱਦਾ ਉਠਾਇਆ। ਉਹਨਾਂ ਨੇ ਬਕਾਇਦਾ ਤੌਰ ਤੇ ਇਹ ਮੰਗ ਕੀਤੀ ਹੈ ਕਿ ਜਿਹੜੇ ਤੁਸੀਂ ਕਹਿੰਦੇ ਹੋ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹਨਾਂ ਨੂੰ ਉੱਥੋਂ ਲਿਆਂਦਾ ਜਾਵੇ, ਉਹਨਾਂ ਨੂੰ ਲਿਆ ਕੇ ਤੇ ਪੁੱਛ ਪੜਤਾਲ ਕੀਤੀ ਜਾਵੇ। ਇਹੋ ਜਿਹੇ ਨੌਜਵਾਨ ਜਿਹੜੇ ਬੱਚੇ ਨੇ ਉਹ ਘਰ ਘਰ ਨਹੀਂ ਜੰਮਦੇ ਤੇ ਇਹੋ ਜਿਹੇ ਬੱਚੇ ਨੂੰ ਤਿਆਰ ਕਰਨ ਵਾਸਤੇ ਬੜਾ ਸਮਾਂ ਲੱਗਦਾ ਤੇ ਬੜਾ ਖਰਚ ਹੁੰਦਾ। ਇਸ ਕਰਕੇ ਨੰਗਲ ਅੰਬੀਆਂ ਦਾ ਹੁਣ ਇਹ ਮਾਮਲਾ ਸ਼ੁਰੂ ਹੋ ਗਿਆ ਵਾ। ਆਉਣ ਵਾਲੇ ਦਿਨਾਂ 'ਚ ਉਮੀਦ ਇਹ ਭਖੇਗਾ ਵੀ ਤੇ ਕੇਂਦਰ ਸਰਕਾਰ ਵੱਲੋਂ ਕੋਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਆਦੇਸ਼ ਵੀ ਦਿੱਤੇ ਜਾਣਗੇ। ਇਸ ਕਰਕੇ ਨੰਗਲ ਅੰਬੀਆਂ ਦਾ ਕੇਸ ਜਿਹੜਾ ਵਾ ਉਹ ਇੰਟਰਨੈਸ਼ਨਲ ਤਾਂ ਪਹਿਲਾਂ ਹੈਗਾ ਸੀ। ਹੁਣ ਜਦੋਂ ਸੰਸਦ 'ਚ ਕੋਈ ਚਲੇ ਜਾਂਦਾ, ਸੰਸਦ 'ਚ ਮੁੱਦਾ ਉੱਠਦਾ, ਫਿਰ ਉਹਦਾ ਰਿਜ਼ਲਟ ਜ਼ਰੂਰ ਆਉਂਦਾ, ਭਾਵੇਂ ਮਾੜਾ ਆਵੇ ਤੇ ਭਾਵੇਂ ਚੰਗਾ ਆਵੇ ਤੇ ਭਾਵੇਂ ਦੋਗਲਾ ਜਿਹਾ ਆਵੇ, ਇਹ ਸਮਾਂ ਦੱਸੂਗਾ। ਭੱਟੀ ਸਾਹਿਬ ਅਗਲਾ ਸਵਾਲ ਤੁਹਾਡੇ ਸਾਡੇ ਦਰਸ਼ਕਾਂ ਦਾ ਵੀ ਹੋ ਸਕਦਾ ਜੀ, ਤੁਸੀਂ ਕਾਲ ਕਰ ਸਕਦੇ ਹੋ। ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। 905 813 1320 905 813 1320 ਤੇ ਕਾਲ ਕਰ ਸਕਦੇ ਹੋ। ਚੀਫ ਮਿਨਿਸਟਰ ਜੀ ਨੇ ਅਨਾਉਂਸ ਕੀਤਾ ਹੈ ਜੀ ਟੂ ਸਿਕਿਉਰ 35,000 ਰॉ EMPLOYEES ਜੀ ਜੀ। ਇਹਦੀ ਖਬਰ ਜਿਹੜੀ ਚੀਫ ਮਿਨਿਸਟਰ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਜੀ, ਪਹਿਲੇ ਚੀਫ ਮਿਨਿਸਟਰ ਨੇ ਵੀ ਇੰਨੀ ਗੱਲ ਕਹੀ ਸੀ, ਲੱਖ ਬੰਦਾ ਭਰਤੀ ਕਰਾਂਗੇ। 35,000 ਬੰਦੇ ਪੱਕੇ ਕਰ ਦਿੱਤੇ ਅਸੀਂ। ਬਕਾਇਦਾ ਤੌਰ ਤੇ ਅਖਬਾਰਾਂ 'ਚ ਇਸ਼ਤਿਹਾਰ ਛਪਵਾ ਦਿੱਤੇ ਕਰੋੜਾਂ ਰੁਪਏ ਖਰਚ ਕਰਕੇ। ਲੇਕਿਨ ਗਵਰਨਰ ਨੇ ਫਾਈਲ 2 ਵਾਰੀ ਵਾਪਸ ਕੀਤੀ, ਤੀਜੀ ਵਾਰੀ ਫਾਈਲ ਭੇਜਣ ਦੀ ਹਿੰਮਤ ਨਹੀਂ ਪਈ ਜੀ, ਕਿਉਂਕਿ ਉਹ ਫਾਈਲ 'ਚ ਗੜਬੜ ਕਾਫੀ ਸੀਗੀ। ਗਵਰਨਰ ਨੇ ਵੀ ਸਾਈਨ ਨਹੀਂ ਕੀਤੇ ਤੇ ਉਹ 36,000 ਜਿਹੜੀਆਂ ਪੋਸਟਾਂ ਸੀ, ਕੱਚੇ ਮੁਲਾਜ਼ਮ ਸੀ, ਉਤਰਾਂ ਦੇ ਉਤਰੇ ਰਹਿ ਗਿਆ। ਹੁਣ ਇਹਨਾਂ ਨੇ ਕੀਤਾ, ਉਹ ਤੇ ਮੁਲਾਜ਼ਮ ਹੈਗੇ ਆ।
ਇਹਨਾਂ ਕਿਹਾ ਜਿਹੜੀਆਂ ਸਾਡੀਆਂ ਸੀ ਤੇ ਡੀ ਕੈਟਾਗਰੀ ਨੇ, ਜਿਹਦੇ ਵਿੱਚ ਪੀਐਨ ਵਗੈਰਾ ਆ ਜਾਂਦੇ, ਆਊਟਸੋਰਸ ਆ ਜਾਂਦੇ ਆ, ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਦੋਂ ਅਸੀਂ ਪ੍ਰਚਾਰ ਤੇ ਨਿਕਲਦੇ ਸੀ ਤੇ ਲੋਕ ਸਾਡੇ ਕੋਲ ਆਉਂਦੇ ਸੀਗੇ, ਸਾਡੀ ਸ਼ੀਸ਼ਾ ਬੰਦ ਹੁੰਦਾ ਸੀ, ਸ਼ੀਸ਼ਾ ਖੜਕਾਉਂਦੇ ਸੀ, ਸ਼ੀਸ਼ਾ ਖੋਲੀਦਾ ਤੇ ਰੋ ਪੈਂਦੇ ਸੀ ਲੋਕ। ਉਹ ਕਹਿੰਦੇ ਸੀ ਵੀ ਸਾਨੂੰ ਤੁਹਾਡੇ ਕੋਲ ਸਰਕਾਰ ਕੋਲੋਂ ਜਿਹੜੀ ਠੇਕੇਦਾਰ ਉਹ ਰਹਿੰਦੇ ਆ 30,000 ਰੁਪਇਆ, ਸਾਨੂੰ ਦਿੰਦੇ ਆ 10,000 ਰੁਪਇਆ, ਅਸੀਂ ਆਪਣੇ ਨਿਆਣੇ ਨਹੀਂ ਪਾਲ ਸਕਦੇ, ਸਾਡਾ ਕੁਝ ਸੋਚੋ। ਹੁਣ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਜਿਹੜੇ ਸੀ ਤੇ ਡੀ ਕੈਟਾਗਰੀ ਦੇ ਲੋਕ ਨੇ ਇਹ 35,000 ਇਹਨਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਉਹ ਆਂਦੇ ਕਿ ਅਸੀਂ ਚੀਫ ਸੈਕਟਰੀ ਨੂੰ ਕਹਿ ਦਿੱਤਾ ਗਿਆ ਵਾ ਕਿ ਪੂਰੀ ਰਿਪੋਰਟ ਤੇ ਫਾਈਲ ਬਣਾ ਕੇ ਸਬਮਿਟ ਕੀਤੀ ਜਾਵੇ, ਜਿਹੜੀ ਅਗਲੀ ਵਿਧਾਨ ਸਭਾ ਸਾਡੀ ਹੋਏਗੀ ਜੂਨ ਜੁਲਾਈ ਦੇ ਵਿੱਚ, ਉਹਦੇ ਵਿੱਚ ਇਹ ਪੇਸ਼ ਕੀਤੀ ਜਾਵੇਗੀ ਤੇ ਇਹ ਬੰਦੇ ਜਿਹੜੇ ਮੁਲਾਜ਼ਮ ਸਾਰੇ ਪੱਕੇ ਕੀਤੇ ਜਾਣਗੇ। ਇਹ ਗੱਲ ਮੈਂ ਕਹੂੰ ਨਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਜਿਹੜੇ ਪਹਿਲੀ ਸਰਕਾਰ ਦੇ ਟਾਈਮ ਤੇ ਜਿਹੜੇ ਮੁਲਾਜ਼ਮ ਸੀਗੇ, ਜਿਹੜੇ ਵਿਦਿਆਰਥੀ, ਜਿਹੜੇ ਨੌਜਵਾਨ ਸੀਗੇ, ਜਿਹੜੇ ਟੈਸਟ ਪਾਸ ਕਰ ਚੁੱਕੇ, ਭਾਵੇਂ ਉਹ ਪੁਲਿਸ ਦਾ ਕਰ ਚੁੱਕੇ, ਭਾਵੇਂ ਉਹ ਪਟਵਾਰੀ ਦਾ ਜਾਂ ਕਿਸੇ ਹੋਰ ਦਾ ਟੈਸਟ ਪਾਸ ਕਰ ਚੁੱਕੇ, ਇੰਟਰਵਿਊ ਹੋ ਗਈ, ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਆ, ਉਹਨਾਂ ਨੂੰ ਗੱਦੀ ਗੇੜ ਨਾ ਪਾ ਦਿਓ ਵੀ ਦੁਬਾਰਾ ਤੁਸੀਂ ਐਗਜ਼ਾਮ ਦਿਓ। ਭਲਾਈ ਇਹਦੇ ਵਿੱਚ ਆ ਵੀ ਉਹਨਾਂ ਨੂੰ ਇਮੀਡੀਏਟਲੀ ਨਿਯੁਕਤੀ ਪੱਤਰ ਦੇ ਕੇ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਮੈਂ ਕਿਹਾ 11,500 ਕੋਈ 1,200 ਪਟਵਾਰੀ ਆ, 10,000 ਕੋਈ ਪੁਲਿਸ ਵਾਲੇ ਨੇ ਜਿਹੜੇ ਟੈਸਟ ਉਸ ਪਾਰ ਕੇ ਬੈਠੇ ਆ। ਪਹਿਲੀ ਸਰਕਾਰ ਜਿਹੜੀ ਸੀ ਉਹ ਤੇ ਡਾਵਾਂਡੋਲ ਹੋਈ, 4.5 ਸਾਲ ਕੀਤਾ ਨਹੀਂ। ਜਦੋਂ ਕਰਨ ਦਾ ਮੌਕਾ ਆਇਆ 3 ਮਹੀਨੇ ਉਹਦੇ ਝੋਣਾ ਕਿਤੇ ਕਿੰਨਾ ਕੰਮ ਸੀਗਾ, ਉਦੋਂ ਕਿਤੇ ਅਫਸਰ ਵੀ ਆਖੇ ਨਹੀਂ ਲੱਗਦੇ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ 35,000 ਦੀ ਗੱਲ ਕੀਤੀ ਆ, ਚੰਗੀ ਗੱਲ ਆ, ਅਸੀਂ ਤੇ ਗੱਲ ਕਰਾਂਗੇ। 1998 ਚ ਇੱਕ ਸਰਵੇ ਹੋਇਆ ਸੀ ਵੀ ਇੱਕ ਕੈਟਾਗਰੀ ਵਾਈਜ਼ ਕੀਤਾ ਸੀ ਉਹਨਾਂ ਨੇ, ਮੈਟ੍ਰਿਕ ਪਾਸ ਕਿੰਨੇ ਆ, +2 ਕਿੰਨੇ ਆ, ਗ੍ਰੈਜੂਏਟ ਕਿੰਨੇ, ਪੋਸਟ ਗ੍ਰੈਜੂਏਟ ਕਿੰਨੇ ਇੱਥੇ ਬੇਰੁਜ਼ਗਾਰ ਹੈਗੇ ਆ। ਉਦੋਂ ਇਹਨਾਂ ਦੀ ਗਿਣਤੀ 35,000 ਆਈ ਸੀ। ਅੱਜ ਇਸ ਗੱਲ ਨੂੰ 24 ਸਾਲ ਹੋ ਗਏ ਤੇ ਮੇਰੇ ਖਿਆਲ ਅੱਜ 50 ਤੋਂ ਉੱਪਰ ਹੋਏਗੀ, ਘੱਟ ਨਹੀਂ ਹੋਏਗੀ। ਖੈਰ ਸਾਡੇ ਤੋਂ ਹੁਣ ਤੁਹਾਨੂੰ ਪਤਾ ਇੱਥੋਂ ਪ੍ਰਵਾਸ ਵੀ ਬੜਾ ਹੋ ਰਿਹਾ ਵਾ। ਜੇ 50-60,000 ਹੈਗੀ ਹੈ, 50-60 ਸਾਨੂੰ ਪਤਾ ਤੁਸੀਂ ਨੌਕਰੀ ਨਹੀਂ ਦੇ ਸਕਦੇ। ਘੱਟੋ ਘੱਟ ਉਹਨਾਂ ਦੇ ਕੋਈ ਰੁਜ਼ਗਾਰ ਦਾ ਪ੍ਰਬੰਧ ਸਰਕਾਰ ਕਰੇ ਤੇ ਚੰਗੀ ਗੱਲ ਆ, ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ। ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੌਕਰੀਆਂ ਦਿਓ, ਜਿਹਨਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਕੋਈ ਸਵੇ ਰੁਜ਼ਗਾਰ ਵਾਸਤੇ ਕੋਈ ਲੋਨ ਵਗੈਰਾ, ਕੋਈ ਉਹਦੇ ਮਦਦ ਵਗੈਰਾ ਕੋਈ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ। ਜੀ ਪੱਟੀ ਸਾਹਿਬ, ਕੀ ਸਵਾਲ ਇਹ ਆ ਰਿਹਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਝਲਕ ਪੰਜਾਬ ਵਿਧਾਨ ਸਭਾ ਦੇ ਵਿੱਚ ਨਜ਼ਰ ਆਵੇਗੀ ਜੀ? ਜਿੱਥੋਂ ਤੱਕ ਇਹ ਗੱਲ, ਇਹਨਾਂ ਨੇ ਇੱਕ ਮਤਾ ਪਾਸ ਕੀਤਾ ਵੀ ਸ਼ਹੀਦ ਭਗਤ ਸਿੰਘ ਦਾ ਬੁੱਤ ਤੇ ਡਾਕਟਰ ਅੰਬੇਦਕਰ ਦਾ ਬੁੱਤ ਜਿਹੜਾ ਉਹ ਵਿਧਾਨ ਸਭਾ ਚ ਲਾਇਆ ਜਾਏਗਾ। ਉਸ ਤੋਂ ਬਾਅਦ ਪਤਾ ਲੱਗਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਪਾਸ ਕਰਤਾ ਵੀ ਉਹ ਵੀ ਲਾਇਆ ਜਾਏਗਾ। ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਦਫ਼ਤਰ ਚੋਂ ਹਟਾ ਦਿੱਤੀ ਗਈ ਸੀ, ਉਹਨਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀਗੀ। ਉਹ ਤਸਵੀਰ ਮੁੜ ਕੇ ਜਿੱਥੇ ਇਹਨਾਂ ਦਾ ਮੀਟਿੰਗ ਹਾਲ ਉੱਥੇ ਲਗਾਈ ਗਈ। ਅਜੇ ਦਫ਼ਤਰ ਬਾਰੇ ਕੋਈ ਜਾਣਕਾਰੀ ਨਹੀਂ, ਲਾਇਕ ਨਹੀਂ ਲਈ ਦੁਬਾਰਾ, ਲੇਕਿਨ ਕਾਫੀ ਲੋਕਾਂ ਨੇ ਮੰਗ ਕੀਤੀ ਸੀ ਕਿ ਉਹ ਨਿਰੰਕੁਸ਼ ਬਾਦਸ਼ਾਹ ਸਾਡਾ ਹੈਗਾ ਸੀ ਜਿਹਨੇ ਸਤਲੁਜ ਤੋਂ ਲੈ ਕੇ ਤੇ ਕਾਬਲ ਕੰਧਾਰ ਤੱਕ ਰਾਜ ਕੀਤਾ, ਜਿਹਦੀ ਚਰਚਾ ਦੁਨੀਆ ਭਰ ਦੇ ਵਿੱਚ ਅੱਜ ਹੈਗੀ ਆ, ਤੇ ਤੁਸੀਂ ਉਹਦੀ ਤਸਵੀਰ ਨਾ ਲਾਓ। ਲੇਕਿਨ ਹੁਣ ਇਹਨਾਂ ਦਾ ਬੁੱਤ ਲਗਾਉਣ ਦੀ ਗੱਲ ਕਰ ਦਿੱਤੀ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇਹ ਬੁੱਤ ਲਗਾ ਸਕਣਗੇ ਉੱਥੇ? ਸਵਾਲ ਇਹ ਵੀ ਲਗਾ ਸਕਣਗੇ ਉੱਥੇ, ਕਿਉਂਕਿ ਉਹ ਯੂਨੈਸਕੋ ਦੇ ਵਿੱਚ ਆਉਂਦਾ, ਹੈਰੀਟੇਜ ਇਲਾਕਾ ਆਉਂਦਾ। ਜਿਹੜਾ ਹੈਰੀਟੇਜ ਆਉਂਦਾ ਉਹਨੂੰ ਤੁਸੀਂ ਪੇਂਟ ਵੀ ਨਹੀਂ ਕਰ ਸਕਦੇ। ਉੱਥੇ ਇੱਟਾਂ ਜਿਹੜੀਆਂ ਹੁੰਦੀਆਂ ਨੇ ਕੰਧਾਂ, ਉਹ ਸੀਮਟ ਦੀਆਂ ਬੜੀਆਂ ਹੁੰਦੀਆਂ ਵਾ। ਪਿੱਛੇ ਜੇ ਮੈਂ ਪੇਂਟ ਕੀਤਾ ਸੀ, ਮੁੜ ਕੇ ਫਿਰ ਲਾਉਣਾ ਪਿਆ ਸੀ ਪੇਂਟ ਉਹਨੂੰ ਵੀ ਨਹੀਂ ਵੀ ਪੇਂਟ ਨਹੀਂ ਕਰ ਸਕਦੇ ਤੁਸੀਂ। ਉਹ ਯੂਨੈਸਕੋ ਵਾਲੇ ਆ ਗਏ ਸੀਗੇ। ਹੁਣ ਜੇ ਯੂਨੈਸਕੋ ਦੇ ਏਰੀਆ ਆਉਂਦਾ ਤੇ ਯੂਨੈਸਕੋ ਦੇ ਪੁੱਛਣ ਤੋਂ ਬਗੈਰ ਤੁਸੀਂ ਨਾ ਕੋਈ ਬੁੱਤ ਬਣਾ ਸਕਦੇ ਹੋ, ਨਾ ਕੋਈ ਇੱਟ ਲਾ ਸਕਦੇ ਹੋ, ਨਾ ਕੋਈ ਲਾ ਸਕਦੇ ਹੋ। ਇਸ ਕਰਕੇ ਪਹਿਲਾਂ ਵੀ 2016 ਦੇ ਵਿੱਚ ਮੁੱਦਾ ਉੱਠਿਆ ਸੀਗਾ। ਅਕਾਲੀ ਸਰਕਾਰ ਵੇਲੇ ਪਾਸ ਕੀਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਬੁੱਤ ਲਾਉਣ ਦੀ, ਲੇਕਿਨ ਉਦੋਂ ਵੀ ਇਹ ਬੁੱਤ ਨਹੀਂ ਲੱਗ ਸਕਿਆ ਸੀ ਯੂਨੈਸਕੋ ਕਰਕੇ ਵੀ ਹੈਰੀਟੇਜ ਏਰੀਆ ਵਾ। ਹੁਣ ਵੇਖੋ ਪੰਜਾਬ ਸਰਕਾਰ ਨੇ ਪਾਸ ਕਰ ਦਿੱਤਾ, ਕੋਈ ਗੱਲ ਨਹੀਂ, ਅਸੀਂ ਤੇ ਕਹਿੰਦੇ ਲਾ ਦਿਓ, ਕੋਈ ਗੱਲ ਨਹੀਂ, ਹੈਰੀਟੇਜ ਬਦਲਿਆ ਵੀ ਜਾ ਸਕਦਾ ਵਾ, ਪੁੱਛਿਆ ਵੀ ਜਾ ਸਕਦਾ ਵਾ। ਲੇਕਿਨ ਤਿੰਨੇ ਸ਼ਖਸੀਅਤਾਂ ਮਹਾਨ ਨੇ ਸਾਡੇ ਵਾਸਤੇ। ਇੱਕ ਨੇ ਤੇ ਸੰਵਿਧਾਨ ਬਣਾਇਆ, ਇੱਕ ਨੇ ਕੁਰਬਾਨੀ ਦੇ ਕੇ ਜਿਹੜਾ ਸੀ ਉਹ ਆਜ਼ਾਦੀ ਦਵਾਈ, ਤੇ ਇੱਕ ਨੇ ਬਕਾਇਦਾ ਤੌਰ ਤੇ ਇੱਕ ਰਾਜਾ ਬਾਦਸ਼ਾਹ ਇਹੋ ਜਿਹਾ ਹੋਇਆ ਜਿਹਦੀ ਧਾਕ ਅੱਜ ਵੀ ਧਾਕ ਜਿਹੜੀ ਲੱਗਦੀ ਕੱਲ ਰਾਜਾ ਹੁੰਦਾ ਸੀ। ਇਸ ਕਰਕੇ ਇਹ ਜਿਹੜੀਆਂ ਬੁੱਤ ਲੱਗਣੇ ਚਾਹੀਦੇ ਆ।
ਲੇਕਿਨ ਪ੍ਰੋਬਲਮ ਜਿਹੜੀ ਯੂਨੈਸਕੋ ਦੀ ਹੈਰੀਟੇਜ ਦੀ ਇਹਨਾਂ ਨੂੰ ਆਉਣੀ ਆ, ਉਹਦੇ ਬਾਰੇ ਕੀ ਪ੍ਰਬੰਧ ਸਰਕਾਰ ਕਰਦੀ ਉਹ ਸਰਕਾਰ ਨੂੰ ਪਤਾ ਹੋਊਗਾ। ਕੱਲ ਗੱਲਬਾਤ ਕੀਤੀ ਸੀ ਭੱਟੀ ਸਾਹਿਬ ਇਸ ਨੂੰ ਲੈ ਕੇ ਕਿ ਜੋ ਕਿਸਾਨਾਂ ਨੂੰ ਲੈ ਕੇ ਜੋ ਫਾਰਮਰ ਪ੍ਰੋਟੈਸਟ ਫਾਰਮਰ ਜਿਹੜੇ ਲਾਜ਼ ਸ਼ੁਰੂ ਹੋਏ ਸੀ 12 ਜਨਵਰੀ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਕਮੇਟੀ ਨੇ ਕੁਝ ਖੁਲਾਸੇ ਕੀਤੇ ਨੇ ਸੁਪਰੀਮ ਕੋਰਟ ਦੇ ਵਿੱਚ। ਕੀ ਗੱਲਬਾਤ ਚੱਲ ਰਹੀ ਹੈ ਜੀ? ਐਕਚੁਅਲੀ ਬੇਸਿਕਲੀ ਕਹਾਣੀ ਜਿਹੜੀ ਇਹਨਾਂ ਕੁਝ ਵਿਗੜੀ ਪਈ ਹੈ ਜੀ। ਵਿਗੜੀ ਇਸ ਕਰਕੇ ਪਈ ਆ ਵੀ ਕੱਲ ਆਪਾਂ ਖੁਲਾਸੇ ਕੀਤੇ ਸੀ, ਲੇਕਿਨ ਜਿਹੜੀ ਇੱਕ 4 ਮੈਂਬਰੀ ਕਮੇਟੀ ਬਣਾਈ ਗਈ ਸੀ ਇਹਦੀ 4 ਮੈਂਬਰੀ ਕਮੇਟੀ ਦੇ ਵਿੱਚ ਦੀ ਸੁਪਰੀਮ ਕੋਰਟ ਨੇ ਬਣਾਈ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਸਾਨੂੰ ਆ ਕੇ ਦੱਸੋ ਕਿਸਾਨ ਕੀ ਪ੍ਰੋਬਲਮ ਆ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਕਹਿਤਾ ਅਸੀਂ ਸੁਪਰੀਮ ਕੋਰਟ ਦੇ ਚੱਕਰ 'ਚ ਬਿਲਕੁਲ ਨਹੀਂ ਪੈਣਾ। ਜੇ ਸੁਪਰੀਮ ਕੋਰਟ ਦੇ ਚੱਕਰ 'ਚ ਅਸੀਂ ਪੈ ਗਏ ਤੇ ਮੁੜ ਕੇ ਇਹ ਮਾਮਲੇ ਲੰਬੇ ਜਿਹਨੇ ਸਾਡੀ ਸਰਕਾਰ ਸਰਕਾਰ ਨਾਲ ਟੱਕਰੀ ਸਰਕਾਰ ਨਾਲ ਨਜਿੱਠਾਂਗੇ। ਸੁਪਰੀਮ ਕੋਰਟ ਨੇ ਇੱਕ 4 ਮੈਂਬਰੀ ਕਮੇਟੀ ਬਣਾਈ ਸੀ, ਉਹਦੇ ਵਿੱਚ ਪੰਜਾਬ ਤੋਂ ਇੱਕ ਭੁਪਿੰਦਰ ਸਿੰਘ ਮਾਨ ਸੀ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ। ਭੁਪਿੰਦਰ ਸਿੰਘ ਮਾਨ ਨੇ ਜਿਹੜਾ ਸੀ ਮੁੜ ਕੇ ਰੌਲਾ ਪਿਆ ਕਾਫੀ, ਤੇ ਉਹਨਾਂ ਨੇ ਆਪਣਾ ਜਿਹੜਾ ਸੀ ਨਾਂ ਵਾਪਸ ਲੈ ਲਿਆ। ਬਾਕੀ ਜਿਹੜੇ 3 ਬੰਦੇ ਸੀਗੇ, ਇੱਕ ਇਹਨਾਂ ਦੇ ਵਿੱਚ ਅਰਥ ਸ਼ਾਸਤਰੀ ਹੈਗੇ ਸੀ ਅਸ਼ੋਕ ਗੁਲਾਟੀ, ਇੱਕ ਜਿਹੜੇ ਸੀ ਸ਼ੇਤਕਾਰੀ ਕਿਸਾਨ ਸੰਗਠਨ ਦੇ ਆਗੂ ਸੀ ਅਨਿਲ ਘਨਵਤ, ਇੱਕ ਹੈਗੇ ਸੀ ਪੀਕੇ ਜੋਸ਼ੀ। ਇਹ 3 ਬੰਦਿਆਂ ਨੇ ਜਿਹੜੀ ਸੀ ਇਹਨਾਂ ਨੇ ਆਪਣੀ ਜਿਹੜੀ ਰਿਪੋਰਟ ਸੀ 19 ਮਾਰਚ 2021 ਨੂੰ ਜਿਹੜੀ ਸਬਮਿਟ ਕੀਤੀ ਸੀਗੀ। ਇਹ ਕਮੇਟੀ ਬਣੀ ਸੀ 12 ਜਨਵਰੀ 2021 ਨੂੰ। ਇਹ ਕਮੇਟੀ ਨੇ ਰਿਪੋਰਟ ਬਣਾ ਕੇ ਦੇਤੀ, ਤੇ ਇਹ ਕਹਿੰਦੇ ਕੀ ਆ, ਸਵਾਲ ਇਹ ਪੈਦਾ ਹੁੰਦਾ ਨਾ ਕੀ ਇਹ ਕਹਿੰਦੇ ਜੀ ਵੇਖੋ ਅਸੀਂ ਜਿਹੜੀਆਂ 73 ਕਿਸਾਨ ਜਥੇਬੰਦੀਆਂ ਨੂੰ ਬਕਾਇਦਾ ਤੌਰ ਤੇ ਮਿਲੇ ਆ, 266 ਜਥੇਬੰਦੀਆਂ ਇੱਥੇ ਹੈਗੀਆਂ ਸੀਗੀਆਂ, 266 ਜਥੇਬੰਦੀਆਂ ਦੇ ਅਸੀਂ ਜਿਹੜੇ ਵੱਖ-ਵੱਖ ਕਿਸਾਨ ਸੀ 19,000 ਕਿਸਾਨਾਂ ਦਾ ਰਾਬਤਾ ਕਾਇਮ ਕੀਤਾ। ਉਹ ਸਾਰੇ ਜਿਹੜੇ ਸੀ ਬਕਾਇਦਾ ਲਿਖਤੀ ਤੌਰ ਤੇ ਦਿੱਤਾ ਵੀ ਅਸੀਂ ਸਾਡੇ ਵਾਸਤੇ ਕਾਨੂੰਨ ਇਹ ਬੜੇ ਵਧੀਆ ਨੇ, ਅਸੀਂ ਇਹਨਾਂ ਦੇ ਹੱਕ 'ਚ ਹਾਂ। ਇਹ ਜਿਹੜੀ ਜਥੇਬੰਦੀਆਂ ਇਹਨਾਂ ਦੀ ਜਿਹੜੀ ਗਿਣਤੀ ਆ, ਇਹਨਾਂ ਦੇ ਵਰਕਰਾਂ ਦੀ ਗਿਣਤੀ 3 ਕਰੋੜ 30 ਲੱਖ ਮੈਂਬਰ ਨੇ ਜਿਹਨਾਂ ਦੀ ਅਗਵਾਈ ਕਰ ਰਹੇ ਨੇ। ਤੇ 73 ਕਿਸਾਨ ਜਥੇਬੰਦੀਆਂ ਨੇ ਵੀ ਇਹ ਲਿਖ ਕੇ ਦਿੱਤਾ ਵੀ ਵੇਖੋ ਜੀ ਇਹ ਬਿਲਕੁਲ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਸਿਰਫ 51 ਲੱਖ ਦੀ ਅਗਵਾਈ ਕਰਨ ਵਾਲੀ 4 ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਇੰਨੀ ਗੱਲ ਕਹੀ ਵੀ ਅਸੀਂ ਇਹ ਜਿਹੜੇ ਕਾਨੂੰਨ ਇਹਨਾਂ ਦਾ ਵਿਰੋਧ ਕਰਨੇ, ਕਾਨੂੰਨ ਠੀਕ ਨਹੀਂ ਜੀ। ਇਸ ਤੋਂ ਇਲਾਵਾ ਜਿਹੜੀ 2.60 ਲੱਖ ਕਿਸਾਨ ਦੇ ਗਏ ਸੀਗੇ, ਉਹਨਾਂ ਦੀ 7 ਜਥੇਬੰਦੀਆਂ ਸੀਗੀ, ਉਹਨਾਂ ਇੱਕ ਸੋਧ ਦੀ ਮੰਗ ਕੀਤੀ ਸੀਗੀ। ਇਹ ਵੱਖ-ਵੱਖ ਪ੍ਰਕਾਰ ਦੀ ਆਪਾਂ ਮੰਗ ਸੀ, ਲੇਕਿਨ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ 475 ਦੇ ਕਰੀਬ ਜਥੇਬੰਦੀਆਂ ਸ਼ਾਮਲ ਸਨ, ਜਿਹੜੀਆਂ ਉੱਥੇ ਜਿਹੜਾ ਮੋਰਚਾ ਲੱਗਾ ਸੀ 1.5 ਸਾਲ ਮੋਰਚਾ ਲੱਗਿਆ ਉਹਦਾ ਸਹਿਮਤ ਸੀਗੀਆਂ ਜੀ। 32 ਕਿਸਾਨ ਜਥੇ ਪੰਜਾਬ ਦੀਆਂ ਸੀ, 10 ਜਥੇਬੰਦੀਆਂ ਹਰਿਆਣੇ ਦੀਆਂ ਸੀ, ਯੂਪੀ ਦੀਆਂ ਸੀ, ਬਾਹਰਲੀਆਂ ਸਟੇਟਾਂ ਦੀਆਂ ਸੀਗੀਆਂ। ਉਹ ਕਹਿੰਦੀਆਂ ਸੀ ਵੀ ਇਹ ਕਾਲੇ ਕਾਨੂੰਨ ਇਹ ਵਾਪਸ ਲੈ ਜਾਣ। ਉਦੋਂ ਇਹਨਾਂ ਨੇ ਰਿਪੋਰਟ ਦਿੱਤੀ, ਸਬਮਿਟ ਕਰ ਦਿੱਤੀ ਇਸ ਕਮੇਟੀ ਨੇ 3 ਮੈਂਬਰੀ ਨੇ ਵੀ 86% ਕਿਸਾਨ ਜਿਹੜੇ ਨੇ ਇਹ ਰਿਪੋਰਟਾਂ ਦੇ ਹੱਕ ਦੇ ਵਿੱਚ ਨੇ, ਇਹ ਜਿਹੜਾ ਕਾਨੂੰਨ ਇਹ ਲਾਗੂ ਹੋਣੇ ਚਾਹੀਦੇ ਆ। ਰਿਪੋਰਟ ਸਬਮਿਟ ਕਰਤੀ 19 ਮਾਰਚ 2021 ਨੂੰ। ਜਦੋਂ ਰਿਪੋਰਟ ਇਹਨਾਂ ਸਬਮਿਟ ਕੀਤੀ, ਲੇਕਿਨ ਸੁਪਰੀਮ ਕੋਰਟ ਨੇ ਉਹ ਰਿਪੋਰਟ ਸਾਂਭ ਕੇ ਰੱਖ ਲਈ, ਨਾ ਕੱਢੀ ਨਹੀਂ। ਉਹਨਾਂ ਨੂੰ ਪਤਾ ਸੀ ਵੀ ਜੇ ਇਹ ਰਿਪੋਰਟ ਕੱਢੀ ਤੇ ਕਿਸਾਨਾਂ 'ਚ ਬੜੀ ਰਿਜ਼ੈਂਟਮੈਂਟ ਫੈਲ ਜੂਗੀ, ਜੋ ਉਹ ਫੈਲ ਗਈ ਤੇ ਫਿਰ ਮੁਸ਼ਕਲ ਹੋਊਗੀ। ਸਰਕਾਰ ਨੇ ਵੀ ਕਹਿਤਾ ਉਹ ਨਾ ਕੁਛ ਕਰਿਓ ਤੁਸੀਂ, ਲੇਕਿਨ ਉਹ ਮੋਰਚਾ ਚੱਲਦਾ ਰਿਹਾ। 19 ਨਵੰਬਰ 2021 ਨੂੰ ਬਕਾਇਦਾ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ 3 ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜੀ। ਜਦੋਂ ਐਲਾਨ ਕਰ ਦਿੱਤਾ ਤੇ ਹੁਣ ਇਹਦੀ ਕੋਈ ਤੁੱਕ ਨਹੀਂ ਰਹੀ। ਜਦੋਂ ਸੁਪਰੀਮ ਕੋਰਟ ਨੇ ਇਹ ਜਿਹੜੀ ਆ ਰਿਪੋਰਟ ਨਹੀਂ ਬਾਹਰ ਨਹੀਂ ਕੱਢੀ, ਇਹ ਹੁਣ ਬਾਹਰ ਕਿਉਂ ਕੱਢੀ ਗਈ ਹੈ? ਸੁਪਰੀਮ ਕੋਰਟ ਨੇ ਆਪ ਨਹੀਂ ਕੱਢੀ, ਕਿਸੇ ਜੱਜ ਨੇ, ਇਹ ਬਾਹਰ ਕਿਉਂ ਕੱਢੀ ਗਈ ਹੈ? ਕਿਉਂ ਦੱਸੀ ਗਈ? ਇਹਦਾ ਕਾਰਨ ਕੀ ਹੈ? ਕਾਰਨ ਸਿਰਫ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਇਸ ਸਾਲ ਦੇ ਵਿੱਚ 70 ਸੀਟਾਂ ਜਿਹੜੀਆਂ ਨਾ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ ਨੇ। 13 ਸੀਟਾਂ ਜਿਹੜੀਆਂ ਹੁਣ ਭਰੀਆਂ ਜਾ ਰਹੀਆਂ ਨੇ ਇਸ ਵੇਲੇ 9 ਅਪ੍ਰੈਲ ਤੱਕ। ਜਿਹੜੀਆਂ ਉਹ 70 ਸੀਟਾਂ ਇਹ ਸੋਚਦੇ 3 ਬੰਦੇ ਵੀ ਅਸੀਂ ਤੇ ਬੜੀ ਸੇਵਾ ਕੀਤੀ ਕਿ ਸਾਨੂੰ ਵੀ ਕਿਤੇ ਕੋਈ ਬੁਰਕੀ ਪੈ ਜਾਏ, ਚੰਗੀ ਗੱਲ, ਅਸੀਂ ਉਸ ਪਾਸੇ ਹੋ ਜਾਈਏ, ਸਾਨੂੰ ਕੋਈ ਫਾਇਦਾ ਮਿਲ ਜੇ। ਆਮ ਤੌਰ ਤੇ ਜਿਹੜੇ ਇਹੋ ਜਿਹੀ ਸਰਕਾਰ ਦੀ ਸਰਪ੍ਰਸਤੀ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਉਹਦਾ ਇਹੋ ਜਿਹਾ ਮਿਲ ਜਾਂਦਾ। ਤੁਹਾਨੂੰ ਪਤਾ ਹੋਏਗਾ ਜਦੋਂ ਅਯੁੱਧਿਆ 'ਚ ਰਾਮ ਮੰਦਿਰ ਬਣਿਆ ਵਾ, ਰਾਮ ਮੰਦਿਰ ਦੇ ਉੱਤੇ ਪਹਿਲੀ ਗੱਲ ਤੇ ਜਿਹੜਾ ਜੱਜ ਰਿਟਾਇਰ ਹੁੰਦਾ ਉਹ ਮਹੀਨਾ ਪਹਿਲਾਂ ਕੰਮ ਛੱਡ ਕੇ ਬਹਿ ਜਾਂਦਾ ਵੀ ਮੇਰੇ ਤੇ ਕੋਈ ਇਲਜ਼ਾਮ ਨਾ ਲੱਗੇ ਵੀ ਇਹਨੇ ਇਹ ਕੇਸ ਦਾ ਫੈਸਲਾ ਗਲਤ ਦਿੱਤਾ ਵਾ। ਲੇਕਿਨ ਜਿਹੜੇ ਗੋਗੋਈ ਸਾਡੇ ਚੀਫ ਜਸਟਿਸ ਸੀਗੇ, ਉਹਨਾਂ ਕਿਹਾ ਜੀ ਮੈਂ ਫੈਸਲਾ ਦੇ ਕੇ ਰਿਟਾਇਰ ਹੋਣਾ। ਫੈਸਲਾ ਦਿੱਤਾ। ਉਹ ਆਪਣੀ ਜੱਜਮੈਂਟ 'ਚ ਕੀ ਲਿਖਦੇ ਆ?
ਕਹਿੰਦੇ ਮੈਨੂੰ ਇੱਕ ਕਾਲਾ ਬਾਂਦਰ ਦੱਸਿਆ, ਇੰਜ ਲੱਗਾ ਜਿਵੇਂ ਹਨੂਮਾਨ ਆ ਗਿਆ ਹੁੰਦਾ। ਜੇ ਹਨੂਮਾਨ ਆਇਆ ਤੇ ਉਹਨੇ ਮੰਦਿਰ ਇੱਥੇ ਹੋਣਾ ਸੀ। ਫਿਰ ਉਹ ਆਇਆ ਤੇ ਮੈਂ ਫੈਸਲਾ ਜਿਹੜਾ ਉਹਨਾਂ ਦੇ ਹੱਕ 'ਚ ਲਿਖਦਾ। ਜੇ ਬਾਂਦਰ ਨੂੰ ਦੇਖ ਕੇ ਤੁਸੀਂ ਫੈਸਲਾ ਲਿਖ ਸਕਦੇ ਹੋ ਤਾਂ ਬਾਕੀ ਕੀ ਰਹਿ ਗਿਆ। ਇਸ ਕਰਕੇ ਹੁਣ ਇਹਦੇ ਵਿੱਚ ਜਿਹੜਾ ਫੈਸਲਾ ਨਹੀਂ ਕੋਈ ਹੋਇਆ, ਇਹ ਰਿਪੋਰਟ ਦੀ ਕੋਈ ਤੁੱਕ ਨਹੀਂ ਹੈਗੀ। ਸਿਰਫ ਇਹ ਕਹਿੰਦੇ ਵੀ ਸਾਨੂੰ ਕਿਤੇ ਕੋਈ ਮਾੜਾ ਮੋਟਾ ਸਾਨੂੰ ਵੀ ਉਹਦਾ ਦੇ ਦਿਓ, ਸਾਨੂੰ ਵੀ ਕਿਸੇ ਰਾਸਤੇ 'ਚ ਲੈ ਜਾਓ, ਦੇਖੋ ਏਡੀ ਕੁਰਬਾਨੀ ਅਸੀਂ ਕੀਤੀ ਆ। ਲੇਕਿਨ ਅੱਜ ਤੱਕ ਕਿਸਾਨ ਜਥੇਬੰਦੀਆਂ ਨੇ ਇਹਨੂੰ ਮਾਨਤਾ ਨਹੀਂ ਦਿੱਤੀ ਸੀ। ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਨੂੰਨ ਹੀ ਵਾਪਸ ਲੈ ਲਏ, ਪਾਰਲੀਮੈਂਟ ਦੇ ਜੋ ਜਿੱਦਾਂ ਬਣੇ ਸੀ ਉਸੇ ਤਰ੍ਹਾਂ ਵਾਪਸ ਲੈ ਕੇ ਉਸਾ ਵੀ ਪ੍ਰਕਿਰਿਆ ਪੂਰੀ ਕੀਤੀ ਗਈ, ਰਾਸ਼ਟਰਪਤੀ ਮੋਹਰ ਲੱਗੀ, ਤੇ ਫਿਰ ਤੁੱਕ ਕੀ ਰਹਿ ਜਾਂਦੀ ਆ। ਫਿਰ ਤੇ ਰਿਪੋਰਟ ਬਾਹਰ ਕਰਨ ਦੀ ਲੋੜ ਹੀ ਨਹੀਂ ਹੈਗੀ। ਸਿਰਫ ਇਹ ਦੱਸਣ ਵਾਸਤੇ ਨਹੀਂ ਜੀ ਜਿਹੜਾ ਅਸੀਂ ਕੰਮ ਕੀਤਾ ਸੀ ਉਹ ਇਹ ਕੰਮ ਸੀ ਜੀ। ਪੱਟੀ ਸਾਹਿਬ, ਭਗਵੰਤ ਮਾਨ ਦੇ ਘਰ ਦੇ ਨਜ਼ਦੀਕ ਕਹਿੰਦੇ ਕਿਹਾ ਜਾ ਰਿਹਾ ਕਿ ਧਰਨਾ ਲਾਇਆ ਸੀ, ਕੌਣ ਨੇ ਤੇ ਇਹ ਸੰਗਰੂਰ ਦੇ ਵਿੱਚ ਕਿਹੜੇ ਇਹ ਸ਼ਖਸ ਨੇ ਜਿਨ੍ਹਾਂ ਨੇ ਇਹ ਧਰਨਾ ਸ਼ੁਰੂ ਕੀਤਾ? ਇਹ ਪਰਸ਼ੋਤਮ ਸਿੰਘ ਫੱਗੂਵਾਲ ਨੇ। ਇਹ ਫੱਗੂਵਾਲ ਸਿੰਘ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜੀ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਨੇ, ਕਈ ਨਹੀਂ ਰਹੇ ਨੇ। ਲੇਕਿਨ ਉਸ ਤੋਂ ਬਾਅਦ ਅੱਜ ਕੱਲ ਇਹ ਪੰਥਕ ਚੇਤਨਾ ਲਹਿਰ ਨਾਂ ਦੀ ਇੱਕ ਜਥੇਬੰਦੀ ਚਲਾਉਂਦੇ ਆ। ਇਹਨਾਂ ਨੇ ਅੱਜ ਭਗਵੰਤ ਮਾਨ ਦਾ ਜਿਹੜਾ ਸੰਗਰੂਰ ਘਰ ਆ ਉਹਦੇ ਨਜ਼ਦੀਕ ਜਿਹੜਾ ਸੀ ਇੱਕ ਧਰਨਾ ਇਕੱਲੇ ਲਾ ਕੇ ਬਹਿ ਗਏ ਉੱਥੇ ਜੀ। ਪਹਿਲੀ ਗੱਲ ਤੇ ਇਹ ਆਉਂਦੇ ਵੀ ਸਾਨੂੰ ਇਹ ਗੱਲ ਦੱਸੀ ਵੀ ਜਿਹੜੇ ਬੰਦੇ ਬਾਹਰ ਦੇ ਰਾਜ ਸਭਾ 'ਚ ਭੇਜੇ ਉਹ ਕਿਉਂ ਭੇਜੇ ਗਏ, ਭਗਵੰਤ ਮਾਨ ਦੀ ਮਰਜ਼ੀ ਤੋਂ ਭੇਜੇ ਗਏ, ਉਹਨੇ ਸਾਈਨ ਕੀਤੇ ਕਿ ਨਹੀਂ ਕੀਤੇ, ਕੀ ਕੀਤਾ, ਕਿਵੇਂ ਭੇਜੇ ਗਏ। ਦੂਸਰੀ ਚੀਜ਼ ਉਹ ਇਹ ਗੱਲ ਕਹਿ ਰਿਹਾ ਵੀ ਭਗਵੰਤ ਮਾਨ ਨੇ ਅਜੇ ਤੱਕ ਜਿਹੜਾ ਵਾ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਕੋਈ ਬੜਾ ਆਂਦੇ ਹੁੰਦੇ ਆ ਵੀ ਮਾਰਕੇਬਾਜ਼ੀ ਵਾਲਾ ਹੋਵੇ। ਇਸ ਕਰਕੇ ਪਹਿਲੀ ਗੱਲ ਸਾਨੂੰ ਇਹਦਾ ਜਵਾਬ ਦੇਵੇ। ਜੇ ਨਹੀਂ ਜਵਾਬ ਦਿੰਦਾ ਤੇ ਮੈਂ ਧਰਨੇ ਤੇ ਬੈਠਾ ਇੱਥੇ। ਜਿਹੜੇ ਵਾਅਦੇ ਤੁਸੀਂ ਕੀਤੇ ਸੀ ਅਜੇ ਤੱਕ ਉਹਨਾਂ ਬਾਰੇ ਤੁਸੀਂ ਕੋਈ ਗੱਲ ਨਹੀਂ ਕਰ ਰਹੇ। ਚਲੋ ਉਹ ਤਾਂ ਦੂਰ ਦੀ ਗੱਲ ਆ, ਲੇਕਿਨ ਆਹ ਜਿਹੜੀ ਮੇਨ ਗੱਲ ਉਹਨਾਂ ਦੀ ਹੈਗੀ ਆ ਵੀ ਇਹ ਜਿਹੜੇ ਬੰਦੇ ਭੇਜੇ ਗਏ ਨੇ ਰਾਜ ਸਭਾ ਦੇ ਵਿੱਚੋਂ ਕੀ ਤੁਹਾਡੀ ਸਹਿਮਤੀ ਤੇ ਭੇਜੇ ਗਏ? ਜੇ ਸਹਿਮਤੀ ਨਾਲ ਭੇਜੇ ਗਏ ਫਿਰ ਪੰਜਾਬ ਦੇ ਬੰਦੇ ਕਿਉਂ ਨਹੀਂ ਭੇਜੇ, ਬਾਹਰ ਦੇ ਕਿਉਂ ਭੇਜੇ ਆ? ਇਸ ਕਰਕੇ ਉਹ ਫੱਗੂਵਾਲ ਸਾਹਿਬ ਜਿਹੜੇ ਆ ਉਹ ਧਰਨਾ ਲਾ ਕੇ ਬੈਠੇ ਨੇ। ਗਾਤਰਾਧਾਰੀ ਸਿੰਘ ਨੇ, ਅੰਮ੍ਰਿਤਧਾਰੀ ਸਿੰਘ ਨੇ। ਅੱਗੇ ਵੇਖੋ ਕੀ ਬਣਦਾ। ਅੱਜ ਫੋਟੋ ਵੀ ਛਪੀਆਂ ਸੀ, ਇੱਕ ਦੋ ਵੇਖੀਆਂ ਸੀ, ਫੋਟੋ ਉਹਨਾਂ ਦੀ ਆਈ ਆ ਜੀ। ਸਾਡੇ ਦਰੀ ਵਿਛਾਈ ਆ ਤੇ ਇੱਕ ਪਾਰਕ ਜਿਹਾ ਹੈਗਾ, ਉਹ ਢੋਲ ਲਾ ਕੇ ਬੈਠੇ ਉੱਥੇ ਨਾਲ ਜੀ। ਪੱਟੀ ਸਾਹਿਬ ਦਾ ਸਵਾਲ ਇਹ ਪੈਦਾ ਹੁੰਦਾ, ਹੁਣ ਜਦੋਂ ਆਪਾਂ ਪੰਜਾਬ ਜਾਂਦੇ ਤਾਂ ਥਾਂ ਥਾਂ ਤੇ ਟੋਲ ਬੜੇ ਹੁੰਦੇ ਨੇ, ਹਰ ਇੱਕ ਕਿਲੋਮੀਟਰ ਦੇ ਪਿੱਛੇ 5-10 ਕਿਲੋਮੀਟਰ ਦੇ ਪਿੱਛੇ ਟੋਲ ਹੀ ਟੋਲ, ਤੇ ਕੁਛ ਤਬਦੀਲੀਆਂ ਆ ਰਹੀਆਂ ਨੇ ਜੀ ਟੋਲ ਨੂੰ ਲੈ ਕੇ। ਜਿਹੜੇ ਕੇਂਦਰੀ ਟਰਾਂਸਪੋਰਟ ਮੰਤਰੀ ਗਡਕਰੀ ਸਾਹਿਬ ਨੇ ਕਹਿ ਦਿੱਤਾ ਵੀ ਇੱਕ ਟੋਲ ਤੋਂ ਲੈ ਕੇ ਦੂਜੇ ਟੋਲ ਦਾ ਫਾਸਲਾ ਜਿਹੜਾ 60 ਕਿਲੋਮੀਟਰ ਦਾ ਹੋਊਗਾ। ਇਹਦੇ ਵਿੱਚ ਕੋਈ ਟੋਲ ਨਹੀਂ ਲਿਆ ਜਾਊਗਾ। 3 ਮਹੀਨੇ ਦੇ ਵਿੱਚ ਉਹ ਸਾਰੇ ਟੋਲ ਹਟਾ ਦਿੱਤੇ ਜਾਣਗੇ। ਆਉਣ ਵਾਲੇ 6 ਮਹੀਨਿਆਂ ਤੁਹਾਨੂੰ ਪੰਜਾਬ ਦੀਆਂ ਸੜਕਾਂ ਜਿਹੜੀਆਂ ਸਾਰੀਆਂ ਸੜਕਾਂ GT ਰੋਡ ਉਹ ਤੁਹਾਨੂੰ ਮਲਾਈ ਲੱਗਣਗੀਆਂ। ਕਿਆ ਬਾਤ। ਜਿਵੇਂ ਤੁਹਾਨੂੰ ਪਤਾ ਨਾ ਇੱਕ ਵਾਰੀ ਕਹਿ ਦਿੱਤਾ ਸੀ ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਸੀਗਾ ਵੀ ਬਿਹਾਰ ਦੀਆਂ ਸੜਕਾਂ ਜਿਹੜੀਆਂ ਉਹ ਹਿਮਾਵਾਂ ਦੀਆਂ ਗੱਲਾਂ ਵਰਗੀਆਂ ਬਣਾ ਦਿਆਂਗੇ। ਕਹਿ ਤੇ ਬੈਠਾ ਬਲਕਿ ਮਾਫੀ ਮੰਗਣੀ ਪਈ ਸੀਗੀ। ਹੁਣ ਵੀ ਰਾਜਸਥਾਨ ਦੇ ਜਿਹੜੇ ਮੰਤਰੀ ਜਿਹੜੇ ਹੈਗੇ ਉਹਨਾਂ ਵੀ ਇੱਕ ਐਕਟਰਸ ਨਾਲ ਲਾ ਰਹੇ ਸੀ ਫਲਾਣੀ ਦੀਆਂ ਗੱਲਾਂ ਵਰਗੀ ਬਣਾ ਦਿਆਂਗੇ। ਉਹ ਕਹਿੰਦੇ ਜੀ ਹਿਮਾਵਾਂ ਦੀ ਤੇ ਜਿੰਨੀ ਬੁਰੜੀ ਹੋ ਗਈ, ਉਹ ਜਿਹੀਆਂ ਗੱਲਾਂ ਟੋਏ ਪੈਂਦੇ ਆ ਤੇ ਕੋਈ ਹੋਰ ਦੱਸੋ ਤੁਸੀਂ। ਹੁਣ ਉਹਨਾਂ ਹੋਰ ਕਿਸੇ ਦੰਦਿਆ ਉਹਦਾ ਨਾਮ ਮੈਂ ਨਹੀਂ ਲੈਣਾ। ਮੇਰਾ ਕਹਿਣ ਤੋਂ ਤਾਂ ਵੀ ਹੁਣ ਗਡਕਰੀ ਸਾਹਿਬ ਨੇ ਕਹਿ ਦਿੱਤਾ ਵੀ ਮਲਾਈ ਦੀਆਂ ਸੜਕਾਂ ਬਣਾ ਦਿਆਂਗੇ, ਅਮਰੀਕਾ ਵਰਗੀਆਂ ਸੜਕਾਂ ਬਣਾ ਦਿਆਂਗੇ, ਚਿੰਤਾ ਨਾ ਕਰੋ। ਤੇ 60 ਕਿਲੋਮੀਟਰ ਤੱਕ ਜਿਹੜਾ ਇੱਕ ਟੋਲ ਤੋਂ ਲੈ ਕੇ ਦੂਜਾ ਟੋਲ 60 ਕਿਲੋਮੀਟਰ ਦੇ ਕੋਈ ਟੋਲ ਨਹੀਂ ਹੋਏਗਾ। ਇਸ ਕਰਕੇ ਚੰਗੀ ਗੱਲ ਆ ਜੀ, ਟੋਲ ਹਟਾਏ ਜਾਣ। ਟੋਲ ਦੇ ਉੱਤੇ ਜਦੋਂ 37% ਟੈਕਸ ਨੇ, ਤੁਸੀਂ ਜਦੋਂ ਗੱਡੀ ਖਰੀਦੀ, ਜੇ ਕਾਰ ਖਰੀਦੇ ਨਾ ਅਸੀਂ 37% ਅਸੀਂ ਟੈਕਸ ਦਿੰਦੇ ਉਦੋਂ ਸਟੇਟ ਗਵਰਨਮੈਂਟ ਨੂੰ ਜੀ। ਜੇ ਉਹ ਟੈਕਸ ਸਾਡੇ ਕੋਲ ਲੈਂਦੀ ਆ ਤੇ ਫਿਰ ਟੋਲ ਕਾਹਦੇ? ਲੇਕਿਨ ਟੋਲ ਵੀ ਜਦੋਂ ਅੰਮ੍ਰਿਤਸਰ ਤੋਂ ਇੱਕ ਟਰੱਕ ਚੱਲਦਾ ਨਾ ਉਹਨੂੰ ਘੱਟੋ ਘੱਟ 3,500 ਰੁਪਇਆ ਟੋਲ ਦੇ ਦੇਣੇ ਪੈਂਦੇ ਦਿੱਲੀ ਤੱਕ ਜਾਂਦੇ ਆ। ਇਸ ਕਰਕੇ ਜੇ ਗਡਕਰੀ ਸਾਹਿਬ ਨੇ ਗੱਲ ਕੀਤੀ ਆ ਬਹੁਤ ਵਧੀਆ ਗੱਲ। ਅਸੀਂ ਤੇ ਕਹਿੰਦੇ ਸਾਰੇ ਹੀ ਢਾਓ, ਟੋਲ ਦੀ ਲੋੜ ਹੀ ਨਾ ਪਵੇ। ਤੁਸੀਂ ਜਦੋਂ ਗੱਡੀ ਲੈਂਦੇ ਆ ਹੋਰ 10,000 ਵਧਾ ਦਿਓ, ਕੋਈ ਗੱਲ ਨਹੀਂ, ਉਹ ਲੋਕੀ ਬਰਦਾਸ਼ਤ ਕਰ ਲੈਣਗੇ। ਟੋਲ ਦੇਣਾ ਬੜਾ ਔਖਾ ਹੈਗਾ। ਕਈ ਵਾਰੀ ਟੋਲ ਤੇ ਲੜਾਈ ਵੀ ਹੋਈ ਹੈ ਜੀ, ਗੋਲੀ ਵੀ ਚੱਲੀ ਹੈ, ਜੂਤ ਪਤਾਨ ਹੋਇਆ ਵਾ, ਬੰਦੇ ਵੀ ਮਰੇ ਨੇ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਤੇ ਗਡਕਰੀ ਸਾਹਿਬ ਨੇ ਕਿਹਾ ਤੇ ਉਹਨਾਂ ਦਾ ਬਿਆਨ ਸਵਾਗਤਯੋਗ ਆ।
ਪਰ ਅਸੀਂ ਮੰਗ ਕਰਦੇ ਕਿ ਬਾਕੀ ਵੀ ਟੋਲ ਸਾਰੇ ਹਟਾਓ ਜੀ। ਜੀ ਸਾਡੇ ਨਾਲ ਕਾਲਰ ਨੇ ਜੀ, ਅਸੀਂ ਲੈਂਦੇ ਹਾਂ ਫਰਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਊ ਆਰ ਯੂ ਸਰ? ਗੁੱਡ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਮੇਰਾ ਭੱਟੀ ਸਾਹਿਬ ਦੇ ਨਾ ਵਿਚਾਰ ਲੈਣੇ ਚਾਹੁੰਦਾ ਜੀ ਇੱਕ ਚੀਜ਼ ਦੇ ਉੱਤੇ। ਹੁਕਮ। ਇਹ ਜਿਹੜੇ 5 ਰਾਜ ਸਭਾ ਮੈਂਬਰ ਜਾਂ 5 ਜਾਂ 6 ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਗਏ ਨੇ ਪੰਜਾਬ ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਇੱਕ ਨਾਮ ਮੈਂ ਸਵੇਰ ਦਾ ਕਈ ਸ਼ੋਅ ਵੀ ਦੇਖ ਰਿਹਾ, ਇੱਕ ਨਾਮ ਦੇ ਉੱਤੇ ਇੱਕ ਜਨਰਲ ਐਕਸੈਪਟੇਬਿਲਿਟੀ ਜੀ ਬਣ ਗਈ ਹੈ ਕਿ ਜਿਹੜੇ ਹਰਭਜਨ ਸਿੰਘ ਜੀ ਨੇ ਉਹ ਜੈਨੂਅਨ ਨੇ, ਕਿ ਉਹ ਪੰਜਾਬ ਦੇ ਨੇ। ਚਲੋ ਠੀਕ ਹੈ ਜੀ, ਉਹਨਾਂ ਨੂੰ ਭੇਜਤਾ, ਬਾਕੀਆਂ ਨੂੰ ਕਿਉਂ ਭੇਜਿਆ? ਮੈਂ ਸਿਰਫ ਇੱਕ ਕੁਐਸਚਨ ਮੇਰਾ ਇਹ ਹੈ ਜੀ ਕਿ ਹਰਭਜਨ ਸਿੰਘ ਦੀ ਵੀ ਕੋਈ ਪੰਜਾਬ ਨੂੰ, ਚਲੋ ਠੀਕ ਹੈ ਕ੍ਰਿਕਟ ਨੂੰ ਬੜੀ ਦੇਣ ਹੈ ਉਹਦੀ, ਔਰ ਉਹਨੇ ਉਹਦੇ ਚੋਂ ਪੈਸਾ ਵੀ ਬਹੁਤ ਕਮਾਇਆ, ਥੋੜਾ ਨਹੀਂ ਕਮਾਇਆ, ਪਰ ਪੰਜਾਬ ਨੂੰ ਉਹਦੀ ਕੀ ਦੇਣ ਹੈ ਜਿਹੜਾ ਆਪਾਂ ਉਹਦੇ ਨਾਮ ਤੇ ਸਿਰਫ ਇਸ ਕਰਕੇ ਐਕਸੈਪਟੇਬਿਲਿਟੀ ਨਹੀਂ ਨਾ ਕਰ ਸਕਦੇ ਕਿ ਉਹ ਪੰਜਾਬੀ ਹੈ ਜਾਂ ਕੁਝ ਵੀ ਹੈ। ਪਰ ਉਹਦੀ ਹੁਣ ਦੇਖਿਆ ਜਾਵੇ ਤਾਂ ਪਹਿਲਾਂ ਉਹ ਬੀਜੇਪੀ ਦੇ ਵਿੱਚ ਗਿਆ, ਬੀਜੇਪੀ ਨਾਲ ਵੀ ਗੱਲਬਾਤ ਚੱਲਦੀ ਸੀ, ਫਿਰ ਉਹਦੀ ਕਾਂਗਰਸ ਨਾਲ ਵੀ ਚੱਲਦੀ ਸੀ, ਫਿਰ ਐਟ ਦਾ ਐਂਡ ਆਫ ਦਾ ਡੇ ਉਹਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਤੇ ਰਾਜ ਸਭਾ ਮੈਂਬਰ ਬਣ ਗਿਆ। ਸੋ ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਇਹ ਭੱਟੀ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ? ਤੁਸੀਂ ਸਿਆਣੇ ਹੋ, ਸੂਝਵਾਨ ਹੋ, ਕਿ ਇੱਕ ਰਾਜ ਸਭਾ ਮੈਂਬਰ ਦੀ ਕੈਪੇਬਿਲਿਟੀ ਕੀ ਹੋਣੀ ਚਾਹੀਦੀ ਹੈ? ਕਿਸ ਬੇਸ ਦੇ ਉੱਤੇ ਆਪਾਂ ਕਹਿ ਸਕਦੇ ਕਿ ਇਹ ਬੰਦਾ ਜਿਹੜਾ ਹੈ ਉਹ ਚੰਗਾ ਹੈ ਜਾਂ ਇਹ ਬੰਦਾ ਜਿਹੜਾ ਮਾੜਾ? ਕਿਉਂਕਿ ਇਲੈਕਸ਼ਨ 'ਚ ਤਾਂ ਆਉਂਦੇ ਨਹੀਂ, ਇਹ ਤਾਂ ਪਿਕ ਐਂਡ ਚੂਜ਼ ਹੁੰਦੇ ਨੇ। ਸੋ ਮੈਂ ਇਹਦੇ ਬਾਰੇ ਤੁਹਾਡੇ ਵਿਚਾਰ ਜ਼ਰੂਰ ਸੁਣਨਾ ਚਾਹਾਂਗਾ ਭੱਟੀ ਸਾਹਿਬ ਜੀ। ਥੈਂਕ ਯੂ ਸੋ ਮਚ ਵੀਰੇ। ਸੁਣ ਲਓ ਜਿਹੜੀ ਗੱਲ ਤੁਸੀਂ ਕਹੀ ਆ ਜੀ ਵੀਰ ਜੀ, ਤੁਹਾਡਾ ਸਵਾਲ ਬਿਲਕੁਲ ਦਰੁਸਤ ਆ। ਜਦੋਂ ਪ੍ਰਗਟ ਸਿੰਘ ਹੋਰੀ ਨਵੇਂ ਹਾਕੀ ਤੋਂ ਰਿਟਾਇਰ ਹੋ ਕੇ ਆਏ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹਨੇ ਕਿਹਾ ਪ੍ਰਗਟ ਸਿੰਘ ਤੈਨੂੰ ਅਸੀਂ ਡਾਇਰੈਕਟਰ ਸਪੋਰਟਸ ਲਾ ਦਿੰਦੇ ਹਾਂ ਜੀ। ਤੇ ਸਪੋਰਟ ਜਿਹੜਾ ਡਿਪਾਰਟਮੈਂਟ ਸੀ ਉਹਦੇ ਡਾਇਰੈਕਟਰ ਲਾਤਾ ਸੀ ਤੇ ਉਹਨਾਂ ਕਾਫੀ ਕੰਮ ਕੀਤਾ ਸੀ ਉੱਥੇ। ਹੁਣ ਸਿਆਸਤ 'ਚ ਹੁਣ ਆਏ ਨੇ, ਪਹਿਲਾਂ ਸਿਆਸਤ 'ਚ ਨਹੀਂ ਆਏ, ਮੁੜ ਕੇ ਬਾਅਦ 'ਚ ਸਿਆਸਤ ਲੈ ਕੇ ਆਏ। ਉੱਥੋਂ ਪਹਿਲਾਂ ਅਕਾਲੀ ਦਲ 'ਚ ਰਹੇ, ਮੁੜ ਕੇ ਕਾਂਗਰਸ ਚਲੇ ਗਏ। ਜਿਹੜੀ ਹਰਭਜਨ ਸਿੰਘ ਭਾਜੀ ਦੀ ਤੁਸੀਂ ਗੱਲ ਕਰਦੇ ਹੋ ਜੀ, ਤੁਹਾਡੀ ਗੱਲ ਬਿਲਕੁਲ ਠੀਕ, ਦੇਣ ਕੋਈ ਨਹੀਂ ਹੈਗੀ ਉੱਥੇ ਵੀਰ ਜੀ। ਇਹਨਾਂ ਨੂੰ ਗੂੰਗੇ ਬੋਲੇ ਬੰਦੇ ਚਾਹੀਦੇ ਨੇ। ਕਿਉਂ ਚਾਹੀਦੇ ਨੇ? ਇਸ ਕਰਕੇ ਚਾਹੀਦੇ ਕੋਈ ਆਵਾਜ਼ ਬੁਲੰਦ ਨਾ ਕਰ ਸਕੇ। ਇਹ ਗੂੰਗੇ ਬੋਲੇ ਨੇ, ਇਹਨਾਂ ਜਾ ਕੇ ਬੋਲਣਾ ਨਹੀਂ। ਸਚਿਨ ਤੈਂਦੂਲਕਰ ਨੂੰ ਬਣਾਇਆ ਸੀ ਰਾਜ ਸਭਾ ਮੈਂਬਰ, ਉਸ ਸਟੋ ਦੇ ਪੁੱਤ ਨੇ 6 ਮਹੀਨਿਆਂ 'ਚ 6 ਸਾਲਾਂ 'ਚ ਇੱਕ ਵੀ ਸਵਾਲ ਨਹੀਂ ਪੁੱਛਿਆ। ਸੁੱਚੇ ਮੂੰਹ ਘਰ ਨੂੰ ਚਲਾ ਗਿਆ ਤੇ ਸੁੱਚੇ ਮੂੰਹ ਇਹਨਾਂ ਵੀ ਆ ਜਾਣਾ ਵਾ। ਕਿਉਂਕਿ ਜਦੋਂ ਗਾਂਧੀ ਸੀ ਨਾ, ਧਰਮਵੀਰ ਗਾਂਧੀ ਹੈਗਾ ਸੀ ਆਮ ਆਦਮੀ ਪਾਰਟੀ ਦੇ ਵਿੱਚ, MP ਬਣੇ ਸੀ ਉੱਥੋਂ ਪਟਿਆਲੇ ਤੋਂ, ਤੇ ਜਦੋਂ ਉਹ ਲੋਕ ਸਭਾ 'ਚ ਗਿਆ ਸੀ ਤੇ ਉਹਨਾਂ ਦੀ ਪਹਿਲੀ ਸਪੀਚ ਹੋਣੀ ਸੀ ਤੇ ਇਹਨਾਂ ਸਪੀਚ ਲਿਖ ਕੇ ਦਿੱਤੀ ਸੀ ਕਿ ਤੁਸੀਂ ਆਹ ਸਪੀਚ ਕਰਨੀ ਹੈ ਜੀ। ਉਹ ਸਪੀਚ ਪੰਜਾਬ ਬਾਰੇ ਨਹੀਂ, ਦਿੱਲੀ ਬਾਰੇ ਸਪੀਚ ਸਾਰੀ ਹੈਗੀ ਸੀ। ਇਹ ਕਹਿੰਦੇ ਵੀ ਇਹ ਆਪਣੀ ਸਪੀਚ ਰੱਖ ਲਓ, ਮੈਨੂੰ ਸਪੀਚ ਲਿਖਣੀ ਵੀ ਆਉਂਦੀ ਹੈ ਤੇ ਬੋਲਣੀ ਵੀ ਆਉਂਦੀ ਹੈ, ਮੈਂ ਕੋਈ ਨਵਾਂ ਬੰਦਾ ਨਹੀਂ ਹੈ ਕੋਈ। ਉਹਨਾਂ ਨੇ ਆਪਣੀ ਸਪੀਚ ਕੀਤੀ ਤੇ ਪੰਜਾਬ ਦੇ ਮੁੱਦੇ ਉਠਾਏ ਸੀ। ਇਸ ਕਰਕੇ ਉਹੋ ਜਿਹੇ ਬੰਦੇ ਨੂੰ ਨਹੀਂ ਚਾਹੀਦੇ। ਉਹ ਬੰਦੇ ਚਾਹੀਦੇ ਸੁੱਚੇ ਮੂੰਹ ਜਾਣ, ਹਾਜ਼ਰੀ ਦਵਾ ਕੇ ਵਾਪਸ ਆ ਜਾਣੇ ਵੀ ਰਾਜ ਸਭਾ ਮੈਂਬਰ ਸਾਡੀ ਆ ਪਾਰਟੀ ਦੇ, ਜੋ ਅਸੀਂ ਕਹੀਏ ਉਹ ਕਰਨ ਜੀ। ਕੀ ਭਾਜੀ 'ਚ ਸਮਰੱਥਾ ਹੈਗੀ ਹੈ ਵੀ ਇੰਨੀ ਗੱਲ ਕਹਿ ਸਕੀ ਵੀ ਨਹੀਂ ਆ ਮੈਂ ਨਹੀਂ ਬੋਲਣਾ, ਮੈਂ ਬੋਲੂੰਗਾ? ਨਹੀਂ ਹੈਗੀ। ਇਸ ਕਰਕੇ ਉਹਦੀ ਦੇਣ ਕੋਈ ਨਹੀਂ ਹੈਗੀ। ਲੇਕਿਨ ਦੇਣ ਕੋਈ ਹੋਰ ਹੋਵੇ ਤੇ ਮੈਨੂੰ ਕੋਈ ਜਾਣਕਾਰੀ ਨਹੀਂ। ਹੋ ਸਕਦਾ ਕਿ ਵੱਡੀ ਦੇਣ ਹੋਵੇ। ਇਲੈਕਸ਼ਨ ਦੇ ਵਿੱਚ ਬੜਾ ਕੁਛ ਲੋੜ ਪੈਂਦੀ ਹੈ ਜੀ। ਤੁਹਾਨੂੰ ਪਤਾ ਵਾ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਐਤਕੀ ਐਨਆਰਆਈ ਵੀਰਾਂ ਨੇ ਕੋਈ ਬਹੁਤੀ ਮਦਦ ਨਹੀਂ ਸੀ ਕੀਤੀ। ਮਦਦ ਨਾ ਕਰਕੇ ਇਹਨਾਂ ਵੀਰਾਂ ਨੇ ਬਕਾਇਦਾ ਤੌਰ ਤੇ ਫਿਰ ਉੱਥੇ ਕੀ ਕੀਤਾ ਵੀ ਅਮੀਰ ਲੋਕਾਂ ਨੂੰ ਟਿਕਟਾਂ ਵੰਡੀਆਂ, ਜਿਨ੍ਹਾਂ ਦਾ ਕੋਈ ਆਮ ਆਦਮੀ ਕੋਈ ਇਲਾਕਾ ਦੇਖਾ ਨਹੀਂ ਸੀ। ਤੇ ਉਹਨਾਂ ਕੋਲੋਂ ਫੰਡ ਤੇ ਫਿਰ ਲੈਣੇ ਸੀ ਨਾ ਇਲੈਕਸ਼ਨ ਲੜਨ ਵਾਸਤੇ। ਇਸ ਕਰਕੇ ਹੋ ਸਕਦਾ ਭਾਜੀ ਹੋਰੀ ਵਿੱਚ ਸ਼ਾਮਲ ਹੋ ਗਏ ਹੁਣ ਕਿ ਚੁੱਕੋ ਜੀ, ਆਓ ਤੇ ਜਾਓ ਤੇ ਕੋਈ ਗੱਲ ਨਹੀਂ ਹੈਗੀ। ਲੇਕਿਨ ਇਹਨਾਂ ਨੇ ਬੋਲਣਾ ਕੁਛ ਨਹੀਂ, ਕਰਨਾ ਕੁਛ ਨਹੀਂ। ਜੇ ਕਰਨਗੇ ਵੀ ਤੇ ਉਹੀ ਜੋ ਲਿਖ ਕੇ ਦੇਣਗੇ ਉਹ ਪੜ੍ਹ ਕੇ ਘਰ ਨੂੰ ਆ ਜਾਣਗੇ। ਪੰਜਾਬ ਦੇ ਮੁੱਦੇ ਬਿਲਕੁਲ ਖਤਮ ਹੋ ਜਾਣਗੇ। ਲੇਕਿਨ ਇਹ ਜਿਹੜੀ ਨਿਯੁਕਤੀਆਂ ਕੀਤੀਆਂ ਵੀਰ ਜੀ, ਇਹਨਾਂ ਨਿਯੁਕਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤੋਏ ਬਹੁਤ ਹੋ ਰਹੀ ਹੈ ਜੀ। ਭੱਟੀ ਸਾਹਿਬ ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ, ਤੇ ਕਾਲਰ ਨੂੰ ਬੇਨਤੀ ਹੈ ਕਿ ਸਮਾਂ ਉਹਨਾਂ ਹੀ ਹੈ ਜੀ, ਵਾਈਂਡ ਅਪ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ 30 ਸੈਕਿੰਡ ਲਾਂਗਾ ਜੀ ਵੀਰੇ। ਭੱਟੀ ਸਾਹਿਬ ਦਾ ਸਵਾਲ ਹੈ, ਜੇ ਅਸੀਂ ਇੱਕ ਪਾਸੇ ਤੇ ਰੌਲਾ ਪਾਉਂਦੇ ਪਿਆ ਵੀ ਜਿਹੜਾ ਉਹ ਭਾਖੜਾ ਦਾ ਸੀਗਾ ਪ੍ਰੋਜੈਕਟ, ਉੱਥੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਹੈ। ਹੁਣ ਇਹ ਭਗਵੰਤ ਮਾਨ ਸਰਕਾਰ ਕਿਹੜੇ ਫੇਸ ਦੇ ਨਾਲ ਜਾਏਗੀ ਉੱਥੇ ਇਹ ਕਹਿਣ ਵਾਸਤੇ ਵੀ ਉੱਥੋਂ ਤੁਸੀਂ ਪੰਜਾਬ ਦਾ ਖਤਮ ਕਰ ਦਿੱਤਾ ਤੇ ਸੈਂਟਰ ਦੇ ਲਾਤੇ ਨੇ? ਤੇ ਇਹ ਮਤਲਬ ਘੇਰੇ 'ਚ ਨਾ ਆਉਂਦਾ ਵੀ ਤੁਸੀਂ ਤਾਂ ਉਹ ਨਾਮਜ਼ਦਗੀ ਪੰਜਾਬ ਦੀ ਹੋਣੀ ਚਾਹੀਦੀ, ਤੁਸੀਂ ਦਿੱਲੀ ਚੁੱਕ ਕੇ ਬੰਦੇ ਲਾਤੇ। ਮੈਂ ਤਾਂ ਉਹੀ ਤੇ ਗੱਲ ਕਰਨ ਡਿਆ ਜੀ। ਇਹਨਾਂ ਨੂੰ ਗੂੰਗੇ ਬੱਲੇ ਬੜੇ ਚਾਹੀਦੇ ਆ, ਜਿਹੜੇ ਬੰਦੇ ਜੋ ਇਹ ਕਹਿਣ ਉਹ ਬੋਲਣ, ਹੋਰ ਕੋਈ ਨਾ ਬੋਲੇ ਉੱਥੇ ਕੁਝ ਵੀ ਨਹੀਂ। ਤੁਸੀਂ ਗੱਲ ਕਰ ਰਹੇ ਹੋ ਭਾਖੜੇ ਦੇ ਵਿੱਚ ਨੁਮਾਇੰਦਗੀ ਕੀ ਕੀਤਾ ਇਹਨਾਂ ਨੇ?
ਇਹ ਕਹਿਣ ਲੱਗੇ ਵੀ ਸਾਨੂੰ ਬਕਾਇਦਾ ਤੌਰ ਤੇ ਪੰਜਾਬ 'ਚੋਂ ਬੰਦੇ ਨਹੀਂ ਮਿਲਦੇ, ਹਰਿਆਣੇ 'ਚੋਂ ਬੰਦੇ ਨਹੀਂ ਮਿਲਦੇ। ਲੇਕਿਨ ਇਹਨਾਂ ਨੇ ਇੱਕ ਰੱਖ ਦਿੱਤਾ ਜੀ ਵੀ ਜਿਹੜਾ 50 ਫੁੱਟ ਉੱਚਾ ਤੇ ਕੁਝ ਮੇਰੇ ਖਿਆਲ 250 ਫੁੱਟ ਲੰਬਾ ਏਦਾਂ ਵੀ ਪ੍ਰੋਜੈਕਟ ਹੈਗਾ ਵਾ, ਇੱਕ ਪਾਵਰ ਹਾਊਸ ਹਾਈਡਲ ਪ੍ਰੋਜੈਕਟ ਜੀ, ਜਿਹਦਾ ਉੱਥੇ ਤਜਰਬਾ ਹੋਊਗਾ 10 ਸਾਲ ਦਾ 20 ਸਾਲ ਦਾ, ਉਹਨੂੰ ਅਸੀਂ ਮੈਂਬਰ ਪਾਵਾਂਗੇ ਉੱਥੇ। ਅਸੀਂ ਕਿਹਾ ਕੋਈ ਗੱਲ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਾਡੇ ਕੋਲ ਰਣਜੀਤ ਸਾਗਰ ਡੈਮ ਹੈਗਾ, ਸਾਡੇ ਕੋਲ ਬੜੇ ਬੰਦੇ ਹੈਗੇ ਜਿਹੜੇ ਉੱਥੇ ਪੈ ਸਕਦੇ ਨੇ। ਇਹ ਕਿਵੇਂ ਇਨਕਾਰ ਕਰ ਸਕਦੇ ਆ ਕਿ ਸਾਡੇ ਕੋਲ ਤਜਰਬੇ ਕਰੇ ਬੰਦੇ ਨਹੀਂ? ਹਰਜੀਤ ਸਿੰਘ ਗਰੇਵਾਲ ਨੇ ਕਹਿਤਾ ਪੰਜਾਬ 'ਚ ਬੰਦੇ ਨਹੀਂ ਮਿਲਦੇ। ਮੈਂ ਕਿਹਾ ਮੈਂ ਦਿੰਦਾ ਬੰਦੇ, ਕਿੰਨੇ ਬੰਦੇ ਜੀ ਤੁਹਾਨੂੰ ਗੱਲ ਕਰੋ, ਤੁਸੀਂ ਲੈ ਲਓ ਇੰਟਰਵਿਊ ਸਾਰੇ ਬੰਦਿਆਂ ਦੀ, ਬਣਾ ਲਓ ਆਪਣੇ ਪੂਰੇ ਦੇਸ਼ ਦੇ ਵਿੱਚੋਂ। ਹਾਂ, ਹਰਿਆਣੇ ਕੋਲ ਕੋਈ ਨਹੀਂ, ਹਰਿਆਣੇ ਕੋਲੇ ਕੋਈ ਹਾਈਡਲ ਪ੍ਰੋਜੈਕਟ ਨਹੀਂ ਹੈਗਾ। ਉਹਨਾਂ ਕੋਲੋਂ ਸ਼ਾਇਦ ਕੋਈ ਬੰਦਾ ਨਾ ਮਿਲੇ, ਉਹਨਾਂ ਨੂੰ ਬਾਹਰੋਂ ਬੰਦਾ ਲਿਆਉਣਾ ਪੈਣਾ। ਸਾਡੇ ਕੋਲ ਬੰਦੇ ਬਹੁਤ ਹੈਗੇ ਆ, ਇਸ ਕਰਕੇ ਚਿੰਤਾ ਨਾ ਕਰੋ। ਪੰਜਾਬ ਦੀ ਜਨਤਾ ਅਵੇਅਰ ਹੋ ਗਈ ਆ। ਕਿਸਾਨ ਜਿਹੜੇ ਮੋਰਚਾ ਲੱਗਾ ਸੀ ਉਹਨੇ ਕਾਫੀ ਹੱਦ ਤੱਕ ਅਵੇਅਰ ਕਰਤਾ ਲੋਕਾਂ ਨੂੰ। ਇਹ ਜੋ ਮਰਜ਼ੀ ਕਰ ਲੈਣ, ਉੱਥੇ ਜਿਹੜਾ ਮੈਂਬਰ ਸਾਡਾ ਪੰਜਾਬ ਦਾ ਪੈਗਾ ਜੋ ਮਰਜ਼ੀ ਹੋਵੇ ਜੀ। ਭੱਟੀ ਸਾਹਿਬ 2 ਮਿੰਟ ਰਹਿ ਗਏ ਨੇ ਜੀ। ਕੁਇਕਲੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਕਿ ਭਗਵੰਤ ਮਾਨ ਜੀ PM ਮੋਦੀ ਜੀ ਨੂੰ ਮਿਲਣ ਜਾ ਰਹੇ ਨੇ ਜੀ, ਵੀਰਵਾਰ ਨੂੰ ਸਵੇਰੇ 11 ਵਜੇ ਮਿਲਣ ਜਾ ਰਹੇ ਨੇ, ਤੇ ਪੰਜਾਬ ਦੇ ਮਸਲੇ ਵੀ ਲੈ ਕੇ ਜਾ ਰਹੇ ਨੇ ਜੀ, ਤੇ ਪੰਜਾਬ ਦੇ ਜੋ ਹਾਲਾਤ ਨੇ ਮੋਦੀ ਸਾਹਿਬ ਦੇ ਸਾਹਮਣੇ ਰੱਖਣਗੇ ਜੀ। ਜਦੋਂ ਕਿ ਨਵਾਂ ਮੁੱਖ ਮੰਤਰੀ ਬਣਦਾ ਨਾ ਜੀ, ਰਸਮੀ ਤੌਰ ਤੇ ਉਹਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜਾ ਕੇ ਮੁਲਾਕਾਤ ਕਰਨੀ ਪੈਂਦੀ। ਉਹ ਦੱਸਦਾ ਉਹਨਾਂ ਨੂੰ ਜੀ ਮੈਂ ਫਲਾਣੇ ਸਟੇਟ ਦਾ ਮੁੱਖ ਮੰਤਰੀ ਆ ਤੁਹਾਨੂੰ ਮਿਲਣ ਵਾਸਤੇ। ਅੱਛਾ, ਹੁਣ ਪ੍ਰਧਾਨ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਵੀ ਮੈਂ ਇਕੱਲਾ ਮਿਲਣ ਨਹੀਂ ਜਾਊਂਗਾ, ਹਾਜ਼ਰੀ ਲਵਾਉਣ ਨਹੀਂ ਜਾਊਂਗਾ, ਮੈਂ ਪੰਜਾਬ ਦੇ ਮੁੱਦੇ ਵੀ ਲੈ ਕੇ ਜਾਊਂਗਾ। ਪਰ ਅਜੇ ਮੁੱਦਿਆਂ ਦੀ ਗੱਲ ਨਹੀਂ ਕੀਤੀ, ਕਿਹੜੇ ਮੁੱਦੇ ਲੈ ਕੇ ਜਾਣਗੇ ਜੀ? ਕੀ ਉਹ ਭਾਖੜੀ ਦਾ ਮੁੱਦਾ ਲੈ ਕੇ ਜਾਣਗੇ, ਕੀ ਉਹ SY ਦਾ ਮੁੱਦਾ ਲੈ ਕੇ ਜਾਣਗੇ, ਕੀ ਚੰਡੀਗੜ੍ਹ ਦਾ ਮੁੱਦਾ ਲੈ ਕੇ ਜਾਣਗੇ, ਕੀ ਪੰਜਾਬੀ ਬੋਲਦੇ ਦਾ ਮੁੱਦਾ ਲੈ ਕੇ ਜਾਣਗੇ? ਜੇ ਤੇ ਲੈ ਕੇ ਜਾਣ ਤੇ ਬਹੁਤ ਵਧੀਆ, ਤੇ ਜੇ ਉੱਥੇ ਮਿਲ ਕੇ ਆ ਗਏ ਤੇ ਇੱਥੇ ਕਹਿਤਾ ਜੀ ਮੈਂ ਗੱਲ ਕਰ ਰਿਹਾ ਉੱਥੇ ਕੀ ਗੱਲ ਕੀਤੀ ਸਾਨੂੰ ਨਹੀਂ ਪਤਾ, ਉਹ ਤੇ ਫਿਰ ਮਿਲ ਕੇ ਆਉਣਗੇ, ਫਿਰ ਪੁੱਛਾਂਗੇ ਆਪਾਂ ਜੀ। ਭੱਟੀ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਅਸੀਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਂਗੇ, ਤਦ ਤੱਕ ਤੁਹਾਡਾ ਸਾਡਾ ਰੱਬ ਰੱਖੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।